अस्सलामुअलैकुम वरहमतुल्लाह। ਅਕਸਰ ਹਸਪਤਾਲਾਂ ਦੇ ਵਿੱਚ ਅਸੀਂ ਜਦੋਂ ਜਾਂਦੇ ਹਾਂ ਆਪਣੇ ਮਰੀਜ਼ਾਂ ਦੇ ਪਿੱਛੇ ਤਾਂ ਅਸੀਂ ਵੇਖਦੇ ਹਾਂ ਵੀ ਜਿਹੜੀਆਂ ਉਤਲੀਆਂ ਮੰਜ਼ਲਾਂ ਹੁੰਦੀਆਂ ਨੇ ਉਹਨੂੰ ਤੈਅ ਕਰਨ ਵਾਸਤੇ ਸੀੜੀਆਂ ਬਣੀਆਂ ਹੁੰਦੀਆਂ ਨੇ ਤੇ ਸੀੜੀਆਂ ਦੇ ਨਾਲ ਹੀ ਬਿਲਕੁਲ ਜਿਹੜਾ ਨਾ ਲਿਫਟ ਹੁੰਦੀ ਹੈ ਤੇ ਜ਼ਿਆਦਾ ਲੋਕਾਂ ਦੀ ਇਹ ਖਾਸ਼ ਹੁੰਦੀ ਵੀ ਅਸੀਂ ਨਾ ਲਿਫਟ ਦੇ ਵਿੱਚ ਚਲੇ ਜਾਈਏ ਤੇ ਉੱਤੇ ਚਲੇ ਜਾਈਏ ਤੇ ਉੱਤੋਂ ਥੱਲੇ ਆਉਣਾ ਤੇ ਲਿਫਟ ਦੇ ਜ਼ਰੀਏ ਹੀ ਆਈਏ। ਗੋ ਇਹ ਲਿਫਟ ਜਿਹੜੀ ਹੁੰਦੀ ਹੈ ਇਹ ਸਿਰਫ ਮਰੀਜ਼ਾਂ ਵਾਸਤੇ ਹੁੰਦੀ ਹੈ। ਇਸ ਤਰ੍ਹਾਂ ਹੀ ਇੱਕ ਆਦਮੀ ਜਿਹੜਾ ਹੈ ਉਹਦੀ ਬੀਵੀ ਬਿਮਾਰ ਸੀ ਤੇ ਉਹ ਆਪਣੀ ਬੀਵੀ ਦੇ ਨਾਲ ਜਿਹੜਾ ਨਾ ਉੱਥੇ ਰਹਿੰਦਾ ਸੀ ਤੇ ਤਕਰੀਬਨ ਹਫਤੇ ਵਾਲੀ ਸ਼ਾਮ ਹੁੰਦੀ ਸੀ ਪਈ ਤੇ ਉਹ ਲਿਫਟ ਦੇ ਵਿੱਚ ਚਲਾ ਗਿਆ ਵੀ ਮੈਂ ਜਿਹੜਾ ਨਾ ਉੱਪਰਲੀ ਮੰਜ਼ਲ ਤੇ ਚਲਾ ਜਾਵਾਂ। ਤੇ ਜਦੋਂ ਉਹ ਲਿਫਟ ਦੇ ਵਿੱਚ ਜਾ ਕੇ ਤੇ ਬੈਠਦਾ ਹੈ ਤੇ ਉਸ ਤੋਂ ਬਾਅਦ ਲਿਫਟ ਦਾ ਬਟਨ ਦਬਾਉਂਦਾ ਹੈ 5 ਨੰਬਰ ਵੀ ਮੈਂ 5ਵੀਂ ਮੰਜ਼ਲ ਤੇ ਜਾਣਾ ਹੈ ਤੇ ਉਹ ਲਿਫਟ ਥੋੜੀ ਜਿਹੀ ਹਰਕਤ ਕਰਦੀ ਏ ਤੇ ਨਾ ਉੱਪਰ ਜਾਂਦੀ ਤੇ ਨਾ ਨੀਚੇ ਰਹਿੰਦੀ ਏ ਤੇ ਉਹ ਦਰਮਿਆਨ ਦੇ ਵਿੱਚ ਜਾ ਕੇ ਤੇ ਫਸ ਜਾਂਦੀ। ਹੁਣ ਉਹ ਆਦਮੀ ਬਿਲਕੁਲ ਇਕੱਲਾ ਹੀ ਸੀ, ਉਹਦੇ ਨਾਲ ਹੋਰ ਕੋਈ ਵੀ ਬੰਦਾ ਲਿਫਟ ਦੇ ਵਿੱਚ ਨਹੀਂ ਸੀ ਬੈਠਾ ਜਿਹਨੇ ਸਫ਼ਰ ਕਰਨਾ ਸੀ। ਉਧਰੋਂ ਸ਼ਾਮਾਂ ਪੈਂਦੀਆਂ ਸੀ ਪਈਆਂ, ਸ਼ਿਫਟ ਜਿਹੜੀ ਉਹ ਚੇਂਜ ਹੋ ਰਹੀ ਸੀ ਤੇ ਸਾਰੇ ਲੋਕ ਜਿਹੜੇ ਨੇ ਨਾ ਆਪਣੇ ਆਪਣੇ ਘਰਾਂ ਨੂੰ ਜਾ ਰਿਹਾ ਸੀ ਤੇ ਉਹ ਉੱਥੇ ਫਸ ਗਿਆ। ਕਿਸੇ ਬੰਦੇ ਨੇ ਉਹਦਾ ਖਿਆਲ ਨਾ ਕੀਤਾ ਵੀ ਉਹ ਬੰਦਾ ਜਿਹੜਾ ਲਿਫਟ ਦੇ ਵਿੱਚ ਗਿਆ ਸੀ ਤੇ ਉਹ ਵਾਪਸ ਨਹੀਂ ਆਇਆ। ਰਾਤ ਪੈ ਗਈ, ਉਹਨੂੰ ਬੜੀ ਫਿਕਰਮੰਦੀ ਹੋਣ ਲੱਗ ਪਈ ਵੀ ਉਹਦਾ ਮੋਬਾਈਲ ਵੀ ਨਹੀਂ ਸੀ ਚੱਲਦਾ। ਲਿਫਟ ਦੇ ਅੰਦਰ ਜਦੋਂ ਬੰਦਾ ਫਸ ਜਾਂਦਾ ਹੈ ਤੇ ਉੱਥੇ ਸਿਗਨਲ ਨਹੀਂ ਆਉਂਦੇ ਤੇ ਸਿਗਨਲ ਉੱਥੇ ਬਿਲਕੁਲ ਕੰਮ ਨਹੀਂ ਸੀ ਕਰਦੇ। ਜਦੋਂ ਉਹਨੂੰ ਇਹ ਯਕੀਨ ਹੋ ਗਿਆ ਵੀ ਇੱਥੇ ਮੇਰੀ ਮੌਤ ਹੀ ਵਾਕਿਆ ਤੇ ਉਹਨੇ ਆਪਣੇ ਦਿਲ ਦੇ ਵਿੱਚ ਧਈਆ ਕੀਤਾ ਵੀ ਮੈਂ ਜ਼ਿੰਦਾ ਰਹਿਣਾ ਤੇ ਮੈਂ ਤੁਹਾਨੂੰ ਦੱਸਣਾ ਵੀ ਉਹ ਕਿਵੇਂ ਜ਼ਿੰਦਾ ਰਿਹਾ ਸੀ। ਅੰਦਰ ਆਕਸੀਜਨ ਦੀ ਵੀ ਕਮੀ ਸੀ ਤੇ ਇੱਕ ਸਾਈਡ ਤੇ ਇੱਕ ਛੋਟਾ ਜਿਹਾ ਸੁਰਾਖ ਜਿਹੜਾ ਹੈ ਉਹਦੇ ਜ਼ਰੀਏ ਅੰਦਰ ਰੋਸ਼ਨੀ ਆ ਰਹੀ ਸੀ। ਉਹਨੇ ਮਹਿਸੂਸ ਕੀਤਾ ਵੀ ਇੱਥੇ ਰੋਸ਼ਨੀ ਆ ਰਹੀ, ਇੱਥੇ ਸੁਰਾਖ ਹੋਵੇ। ਉਹਦੇ ਕਰੀਬ ਗਿਆ ਬਿਲਕੁਲ ਤੇ ਉਹਦੇ ਕਰੀਬ ਹੋ ਕੇ ਤੇ ਉੱਥੇ ਸਾਹ ਲੈਣ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜੀ ਆਕਸੀਜਨ ਬਾਹਰੋਂ ਆਉਂਦੀ ਸੀ ਨਾ ਉਹਦੇ ਨਾਲ ਉਹਦਾ ਸਾਹ ਜਿਹੜਾ ਕੁਝ ਬਹਾਲ ਹੋ ਗਿਆ। ਉਹਨੂੰ ਇਹ ਉਮੀਦ ਹੋ ਗਈ ਵੀ ਮੈਂ ਇਨਸ਼ਾਅੱਲਾ ਜ਼ਿੰਦਾ ਰਵਾਂਗਾ। ਉਹ ਉੱਥੇ ਉਹਦੇ ਕੋਲ ਰਹਿ ਕੇ ਤੇ ਸਾਂਸ ਲੈਂਦਾ ਰਿਹਾ। ਅੱਗੋਂ ਰਾਤ ਪੈ ਗਈ ਤੇ ਉਹ ਸੌਂ ਵੀ ਉੱਥੇ ਹੀ ਗਿਆ ਤੇ ਉਹਨੇ ਆਪਣਾ ਸਰ ਸੀ ਨਾ ਜਿਹੜਾ ਉਹ ਸੁਰਾਖ ਦੇ ਨਜ਼ਦੀਕ ਹੀ ਰੱਖਿਆ। ਅਗਲੇ ਦਿਨ ਇਤਵਾਰ ਸੀ, ਹਸਪਤਾਲ ਬੰਦ ਸੀ, ਕੋਈ ਬੰਦਾ ਹਸਪਤਾਲ ਦੇ ਵਿੱਚ ਆਇਆ ਹੀ ਨਾ। ਜਿਨ੍ਹਾਂ ਦੇ ਮਰੀਜ਼ ਦਾਖਲ ਕੋਈ ਇੱਕਾ ਦੁੱਕਾ ਬੰਦਾ ਆਇਆ, ਕੋਈ ਨਾ ਆਇਆ। ਲਿਫਟ ਦੀ ਕਿਸੇ ਨੂੰ ਜ਼ਰੂਰਤ ਹੀ ਨਾ ਪਈ। ਅਗਲਾ ਦਿਨ ਵੀ ਸਾਰਾ ਗੁਜ਼ਰ ਗਿਆ। ਉਹਨੂੰ ਭੁੱਖ ਤੇ ਪਿਆਸ ਨੇ ਵੀ ਬਹੁਤ ਸਤਾਇਆ, ਬਿਲਕੁਲ ਉਹ ਲਾਗਰ ਹੋਣ ਲੱਗ ਪਿਆ। ਲੇਕਿਨ ਆਕਸੀਜਨ ਦੀ ਆਮਦੋ ਰਫਤ ਉਸ ਸੁਰਾਖ ਦੇ ਜ਼ਰੀਏ ਰਹੀ ਤੇ ਉਹ ਬੰਦਾ ਜ਼ਿੰਦਾ ਰਿਹਾ। ਜਦੋਂ ਅੱਗੋਂ ਪੀਰ ਦਾ ਦਿਨ ਆ ਗਿਆ ਤੇ ਪੀਰ ਵਾਲੇ ਦਿਨ ਉਹ ਆਪਰੇਟਰ ਵੀ ਆਇਆ। ਉਹਨੇ ਆਣ ਕੇ ਜਲਦੀ ਨਾਲ ਉਹ ਲਿਫਟ ਦਾ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਦਾ ਖੁੱਲ੍ਹ ਗਿਆ ਤੇ ਅੰਦਰ ਲਿਫਟ ਹੀ ਕੋਨਾ। ਉਹਨੇ ਉੱਪਰ ਵੇਖਿਆ, ਲਿਫਟ ਉੱਤੇ ਵੀ ਕੋਨਾ। ਉਹਨੇ ਨੀਚੇ ਵੇਖਿਆ, ਲਿਫਟ ਨੀਚੇ ਵੀ ਕੋਨਾ। ਉਸ ਤੋਂ ਬਾਅਦ ਉਹਨੇ ਜਲਦੀ ਜਲਦੀ ਜਿਹੜਾ ਮਕੈਨਿਕ ਨੂੰ ਬੁਲਾਇਆ ਤੇ ਮਕੈਨਿਕ ਨੇ ਆਣ ਕੇ ਤੇ ਉਸ ਲਿਫਟ ਨੂੰ ਜਿਹੜਾ ਬਹਾਲ ਕੀਤਾ ਤੇ ਉਹਨੂੰ ਨੀਚੇ ਲੈ ਗਏ ਤੇ ਉਸ ਤੋਂ ਬਾਅਦ ਉਸ ਆਦਮੀ ਨੂੰ ਵਿੱਚੋਂ ਕੱਢਿਆ ਤੇ ਉਹਦੀ ਜਾਨ ਦੇ ਵਿੱਚ ਜਾਨ ਆਈ। ਗੱਲ ਕਰਨ ਦਾ ਮਕਸਦ ਇਹ ਆ ਵੀ ਲਿਫਟ ਕੋਈ ਐਡੀ ਅੱਛੀ ਚੀਜ਼ ਨਹੀਂ ਦੀ ਜਿਹਦੇ ਵਿੱਚ ਅਸੀਂ ਸਫ਼ਰ ਕਰਨੇ ਆ। ਘਰੋਂ ਅਸੀਂ ਜਿਹੜਾ ਆਪਣੇ ਚਾਵਾਂ ਦੇ ਨਾਲ ਜਾਂਦੇ ਹਾਂ ਵੀ ਉੱਥੇ ਸਾਡੇ ਪਿਆਰੇ ਨੇ, ਅਸੀਂ ਉਹਨਾਂ ਨੂੰ ਮਿਲਾਂਗੇ ਤੇ ਜਲਦੀ ਜਲਦੀ ਜਾ ਕੇ ਲਿਫਟ ਦੇ ਵਿੱਚ ਵੜ ਜਾਂਦੇ ਹਾਂ ਵੀ ਇਹਦੇ ਜ਼ਰੀਏ ਉੱਤੇ ਚਲੇ ਜਾਈਏ। ਅੱਲਾ ਨਾ ਕਰੇ ਜੇ ਕਿਤੇ ਇਸ ਤਰ੍ਹਾਂ ਦਾ ਵਾਕਿਆ ਹੋ ਜਾਏ ਜਿਹੜਾ ਮੈਂ ਤੁਹਾਨੂੰ ਸੁਣਾਇਆ ਤੇ ਫਿਰ ਕੀ ਬਣੇਗਾ। ਲਿਹਾਜ਼ਾ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਉਸ ਲਿਫਟ ਤੇ ਸਫ਼ਰ ਕਰਨਾ ਹੈ ਜਿਹਦੇ ਬਾਹਰ ਆਪਰੇਟਰ ਬੈਠਾ ਹੈ। ਜੇ ਅਗਰ ਆਪਰੇਟਰ ਨਹੀਂ ਤੇ ਤੁਹਾਡੇ ਨਾਲ ਸਾਥੀ ਨੇ ਜਿਹੜੇ ਤੁਹਾਡੇ, ਕੁਝ ਲੋਕ ਬਾਹਰ ਹੋਣ, ਕੁਝ ਲਿਫਟ ਤੇ ਸਫ਼ਰ ਕਰ ਲਵਣ ਤੇ ਜੇ ਤੁਸੀਂ ਇੱਕਾ ਦੁੱਕਾ ਸਾਰੇ ਅੰਦਰ ਵੜ ਗਏ ਤੇ ਲਿਫਟ ਦਾ ਤੁਸੀਂ ਦਰਵਾਜ਼ਾ ਬੰਦ ਕਰ ਲਿਆ। ਇਹ ਇੱਕ ਫਨੀ ਚੀਜ਼ ਹੈ, ਬਿਜਲੀ ਨਾਲੇ ਚੱਲਦੀ ਹੈ, ਇਹਨੂੰ ਖਰਾਬੀ ਵੀ ਆ ਸਕਦੀ। ਕਿਸੇ ਟਾਈਮ ਜਾਂ ਤਾਂ ਕੰਟਰੋਲ ਖੋ ਪਵੇ ਤੇ ਲਿਫਟ ਉੱਤੋਂ ਜ਼ਮੀਨ ਤੇ ਵੀ ਡਿੱਗ ਪੈਂਦੀ ਹੈ। ਜੇ ਅਗਰ ਇਹ ਜ਼ਮੀਨ ਤੇ ਡਿੱਗ ਪਵੇ ਤਾਂ ਵੀ ਮੌਤ ਵਾਕਈ ਹੋ ਜਾਂਦੀ ਹੈ। ਲਿਹਾਜ਼ਾ ਇਹਦਾ ਖਿਆਲ ਰੱਖਣਾ ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸੀੜੀਆਂ ਦੇ ਜ਼ਰੀਏ ਉੱਪਰ ਜਾਇਆ ਜਾਏ। अस्सलाम वालेकुम।